ਆਪ ਕਦੀ ਅਹਿਸਾਸ ਕਰੋ, ਤੁਸੀਂ ਗੱਡੀ ਡਰਾਈਵ ਕਰਦੇ ਹੋ ਤੇ ਇੱਕ ਸਰਟਨ ਟਾਈਮ ਦੇ ਉੱਤੇ ਸਪੋਜ਼ 8 ਵਜੇ ਤੁਸੀਂ ਕੰਮ ਤੇ ਜਾਂਦੇ ਹੋ, ਲਗਾਤਾਰ 2 ਮਹੀਨੇ 4 ਮਹੀਨੇ ਸਾਲ 2 ਸਾਲ ਜਾ ਰਹੇ ਹੋ। 2 ਸਾਲ ਬਾਅਦ ਤੁਸੀਂ ਵੀਕਡੇ ਦੇ ਵਿੱਚ 8 ਵਜੇ ਗੱਡੀ ਕੱਢੀ ਘਰੋਂ, ਤੇ ਤੁਹਾਨੂੰ ਖੁਦ ਨੂੰ ਸ਼ਾਇਦ ਪਤਾ ਨਹੀਂ ਲੱਗੇਗਾ ਤੁਸੀਂ ਜਾਣਾ ਸੀ ਗਰੋਸਰੀ ਸਟੋਰ ਤੇ ਤੁਹਾਡੀ ਗੱਡੀ ਆਲਰੇਡੀ ਕੰਮ ਵਾਲੀ ਪਾਰਕਿੰਗ ਲਾਟ 'ਚ ਪਹੁੰਚ ਚੁੱਕੀ ਹੈ। ਬੰਦਾ ਕਹੇਗਾ ਹਾਊ ਕਮ, ਮੈਂ ਇੰਨਾ ਅਵੇਸਲਾ ਕਿਵੇਂ ਹੋ ਸਕਦਾ ਆ? ਇਹ ਸਾਡੇ ਬ੍ਰੇਨ ਨੂੰ, ਜਿਹੜਾ ਸਾਡਾ ਬ੍ਰੇਨ ਆ, ਇਹਨੂੰ ਕਿਹਾ ਜਾਂਦਾ ਹੈਗਾ, ਇਹਦੀ ਆਟੋ ਓਪਰੇਟਿੰਗ ਜਿਹੜੀ ਉਹ ਸੈਂਸ ਆ, ਉਹ ਇਤਨੀ ਜ਼ਿਆਦਾ ਲਗਾਤਾਰ ਰੂਟੀਨ 'ਚ ਕੰਮ ਕਰਨ ਨਾਲ ਉਹ ਔਨ ਹੋ ਜਾਂਦੀ ਹੈ। ਇਤਨਾ ਜ਼ਿਆਦਾ ਬੰਦਾ ਉਹਦਾ ਰੂਟੀਨ ਦੇ ਵਿੱਚ ਸਲੇਵ ਬਣ ਜਾਂਦਾ ਹੈ, ਉਹ ਬਾਕਸ ਤੋਂ ਬਾਹਰ ਸੋਚ ਹੀ ਨਹੀਂ ਸਕਦਾ। ਉਸੇ ਰੂਪ 'ਚ ਚੱਲੀ ਜਾਂਦਾ। ਜੇ ਉਹਨੂੰ ਚੋਂ ਬਾਹਰ ਕੱਢਣਾ ਆ, ਕਈ ਵਾਰੀ ਉਹਨੂੰ ਬੜਾ ਸ਼ੌਕ ਦੇਣਾ ਪੈਂਦਾ ਹੈ ਇੱਕਦਮ ਉਸ ਰੂਪ ਦੇ ਵਿੱਚ। ਗੁਰੂ ਬਾਬਾ ਜੀ ਹਜ਼ਾਰਾਂ ਸਾਲਾਂ ਤੋਂ ਸੁੱਤੀ ਹੋਈ ਲੁਕਾਈ, ਜਿਹੜੇ ਖੁਦ ਹੀ ਭੁੱਲ ਗਏ ਸਾਡੀ ਅਸਲ। ਤੁਸੀਂ ਦੇਖੋ ਕਾਸਟ ਸਿਸਟਮ ਜਿਹੜਾ ਆ, ਇੱਕ ਜਾਤ ਉੱਚੀ, ਦੂਜੀ ਨੀਵੀਂ, ਉਦੋਂ ਨੀਵੀਂ, ਸਭ ਤੋਂ ਨੀਵੀਂ, ਤੇ ਸਭ ਤੋਂ ਨੀਵੀਂ ਜਿਹੜੀ ਹੈ ਉਹ ਦੂਜੀਆਂ ਜਾਤਾਂ ਦੀ ਸੇਵਾ ਕਰੇਗੀ। ਫਿਰ ਉਸ ਖਿੱਤੇ ਦੇ ਵਿੱਚ ਹਾਫ ਪਾਪੂਲੇਸ਼ਨ ਔਰਤ, ਉਹ ਸ਼ੂਦਰ ਸਿੱਧੇ ਤੌਰ ਤੇ। ਫਿਰ ਉੱਥੇ ਹੀ ਬਸ ਨਹੀਂ, ਅੱਗੇ ਤੁਸੀਂ ਹੋਰ ਇੰਨੀਆਂ ਡਾਇਮੈਂਸ਼ਨਸ ਦੇਖੋਗੇ। ਬੰਦੇ ਨੂੰ ਸਮਝ ਹੀ ਨਹੀਂ ਆ ਰਹੀ ਮੈਂ ਸਲੇਵ ਆ, ਤੇ ਸਲੇਵ ਕਿੱਡੇ ਵੱਡੇ ਸਿਸਟਮ ਦਾ ਆ। ਗੁਰੂ ਬਾਬਾ ਜੀ ਉਹ ਸਾਰੇ ਚੋਂ ਬਾਹਰ ਕੱਢਣਾ ਆ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਅੱਜ ਸਾਨੂੰ ਪੋਸਟ ਮਾਡਰਨ ਪੀਰੀਅਡ 'ਚ ਸਮਝ ਆਉਂਦੀ ਹੈ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਜਿਹੜਾ ਬੰਦਾ ਕਹਿੰਦਾ ਨਾ ਕਿ ਮੇਰੀ ਰਿਸਪੈਕਟ ਕਰੋ, ਮੇਰੀ ਇੱਜ਼ਤ ਕਰੋ, ਕਿਉਂ? ਕਿਉਂਕਿ ਮੇਰਾ ਲਾਸਟ ਨੇਮ ਆ। ਵਾਟ ਕ੍ਰੇਜ਼ੀ ਹੈ, ਕਮਲਾ ਆ। ਹੂ ਕੇਅਰ ਵਟ ਕਾਈਂਡ ਆਫ ਲਾਸਟ ਨੇਮ ਆਰ ਯੂ ਕੈਰਿੰਗ? ਵਟ ਵੀ ਕੇਅਰ ਵਟ ਕਾਈਂਡ ਆਫ ਪਰਸਨ ਆਰ ਯੂ? ਤੂੰ ਕੌਣ ਹੈ? ਤੂੰ ਕਿੱਥੇ ਖੜਾ ਆ? ਅੱਜ ਸਪੋਜ਼ ਕਰੋ ਤੁਸੀਂ ਫਾਰਮ ਭਰ ਰਹੇ ਹੋ ਕੈਨੇਡਾ 'ਚ, ਤੇ ਫਾਰਮ ਭਰਨ ਤੋਂ ਮਾਫੀ ਚਾਹਾਂਗਾ, ਕੱਦ ਵੱਡਾ ਛੋਟਾ ਕੋਈ ਵੱਡੀ ਗੱਲ ਨਹੀਂ, ਜਸਟ ਮੈਂ ਵੈਸੇ ਬੇਨਤੀ ਕਰ ਰਿਹਾ। ਤੇ ਬੰਦੇ ਦਾ ਕੱਦ ਹੈ 5 ਫੁੱਟ 2 ਇੰਚ। ਉਹ ਕਹਿੰਦਾ ਅੱਛਾ ਫਾਰਮ ਤੇ ਕੱਦ ਭਰਨਾ ਹੈ, ਕਿੰਨਾ ਲਿਖਿਆ? ਉਹ ਕਹਿੰਦਾ ਤੈਨੂੰ ਪਤਾ ਮੇਰੇ ਪਿਤਾ ਜੀ 6.5 ਫੁੱਟ ਸੀਗੇ। ਉਹ ਕਹਿੰਦਾ ਭਾਈ ਫਾਰਮ ਭਰਨਾ ਹੈ, ਤੇਰੀ ਹਾਈਟ ਚਾਹੀਦੀ ਹੈ। ਦਾਦਾ ਜੀ ਮੇਰੇ 6 ਫੁੱਟ 7 ਇੰਚ ਸੀਗੇ ਜਾਂ 9 ਇੰਚ। ਉਹ ਕਹਿੰਦਾ ਹੂ ਕੇਅਰ ਵਟ ਆਈ ਕੇਅਰ ਵਟਸ ਯੂਅਰ ਹਾਈਟ, ਟੈਲ ਮੀ ਦੈਟ। ਭਾਈ ਤੂੰ ਕਿਸ ਜ਼ਾਤ ਵਿੱਚੋਂ, ਕਿਸ ਪੁਰਾਣੇ ਉਹਦੇ ਚੋਂ ਆ ਰਿਹਾ ਹੈਗਾ? ਹੂ ਕੇਅਰ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਇਹ ਮੂਰਖ ਬਣਾ ਦੇਗਾ ਤੈਨੂੰ। ਇਸ ਗਰਬ ਤੇ ਚੱਲੇ ਬਹੁਤ ਵਿਕਾਰ ਪੈਦਾ ਹੋਣਗੇ। ਆਪ ਦੇਖੋ ਕੈਸਾ ਝੂਣ ਦੇਣ ਵਾਲਾ ਇੱਕ ਕਹੋ ਜਿਹਾ ਥਾਟ ਹੈ। ਗੁਰੂ ਬਾਬਾ ਜੀ ਨੇ ਇਸ ਸੋਸਾਇਟੀ, ਸਮਾਜ ਨੂੰ ਇਸ ਲੈਵਲ ਤੇ ਲੈ ਕੇ ਆਉਣਾ ਹੈ। ਇੱਥੇ ਜਿਹੜੇ ਖਿੱਤੇ 'ਚ ਅਜੇ ਤੱਕ ਵੀ, ਮੈਂ ਮਾਫੀ ਚਾਹਾਂਗਾ, ਮੈਂ ਕਿਹਾ ਅੱਜ ਦੀ ਸਿਗਨੀਫਿਕੇਸ਼ਨ ਦੇਖੋ। ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਿਵਸ ਮਨਾ ਰਿਹਾ ਸੀ। ਮੈਂ ਬੀਤੇ ਕੱਲ੍ਹ ਹੀ BBC ਦਾ ਬਲੌਗ ਪੜ੍ਹ ਰਿਹਾ ਸੀਗਾ, ਤੇ ਉਹਦੇ 'ਚ ਨਾ ਇੱਕ ਜਦੋਂ ਲੋਕਡਾਊਨ ਲੱਗਾ ਆ, ਤੇ ਉਹਦੇ 'ਚ ਇੱਕ ਲੜਕੀ ਦਿੱਲੀ ਦੇ ਨਾਲ ਸਟੇ ਇਲਾਕੇ ਸਬਰਬ ਦੇ ਵਿੱਚੋਂ ਸਾਈਕਲ ਚਲਾ ਕੇ ਆਪਣੇ ਬਾਪ ਨੂੰ ਆਲ ਦਾ ਵੇ ਦਰਭੰਗਾ, ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਿਮਾਰ ਪਿਤਾ ਨੂੰ ਲੈ ਕੇ ਗਈ ਸਾਈਕਲ ਚਲਾ ਕੇ। ਉਹਨੂੰ ਇੱਕ ਹੀਰੋ ਦੇ ਤੌਰ ਤੇ ਸਟੋਰੀ ਨੂੰ ਪ੍ਰੈਜ਼ੈਂਟ, ਨੋ ਡਾਊਟ ਉਸ ਕੁੜੀ ਦਾ ਜਿਹੜਾ ਡੈਡੀਕੇਸ਼ਨ ਹੈ ਫੈਮਿਲੀ ਦੇ ਪ੍ਰਤੀ, ਉਹ ਸਾਰੇ ਉਸ ਰੂਪ ਦੇ ਵਿੱਚ ਦੇਖਿਆ ਗਿਆ। ਪਰ ਇੱਕ ਕਹਾਣੀ ਹੈ ਉਸ ਜਗ੍ਹਾ ਦੀ, ਜਿਹਨੂੰ ਸ਼ਾਈਨਿੰਗ ਇੰਡੀਆ ਕਿਹਾ ਜਾਂਦਾ ਹੈ, ਜਿਹਨੂੰ ਕਿਹਾ ਜਾਂਦਾ ਹੈ ਵੀ ਦੈਟ ਇਜ਼ ਗੋਇੰਗ ਟੂ ਬਿਕਮ ਨੈਕਸਟ ਸੁਪਰ ਪਾਵਰ। ਉਹਦੀ ਉੱਪਰ ਰੀਜ਼ਨ ਇਹ ਆ ਵੀ ਕੌਣ ਗੱਲ ਕਰੇ, ਪਰ ਜਿਹੜੀ ਮੋਰਲੀ ਗਰੁੱਪ ਵਿੱਚ ਬੇਨਤੀ ਕਰ ਰਿਹਾ ਸਿਰਫ ਉੱਤੇ ਫੋਕਸ ਕਰਾਂ। ਉਹਦੇ ਉੱਤੇ BBC ਦਾ, ਕਿਉਂਕਿ ਇਹ ਆਖਰਕਾਰ ਲੋਕ ਕੰਮ ਤੇ ਥੋੜਾ ਡਿਟੇਲ 'ਚ ਕਰਦੇ ਨਾ, ਉਹ ਫਿਰ ਉਹ ਪਿੰਡ ਜਾ ਕੇ ਇੰਟਰਵਿਊ ਕਰਦਾ ਆਲੇ ਦੁਆਲੇ ਲੋਕਾਂ ਦੀ, ਤੇ ਉੱਥੇ ਉਹ ਬਾਤ ਕਰਦਾ, ਕਹਿੰਦਾ ਸੱਚ ਇਹ ਹੈ ਸਾਡੇ ਇਸ ਸੋਸ਼ਲ ਸਟਰਕਚਰ ਦੀ ਅਸਲ ਰਿਐਲਿਟੀ ਬਾਬੂ ਜਾਤ ਹੈ। ਸਾਡੀ ਜਾਤ ਨਾਲ ਸਭ ਕੁਝ ਪਹਿਚਾਨੀ ਜਾਂਦੀ ਹੈ। ਉਹ ਕਹਿੰਦਾ ਕੀ ਮਤਲਬ ਤੇਰਾ? ਕਹਿੰਦਾ ਨਾਲ ਦੇ ਪਿੰਡ ਦੇ ਵਿੱਚ ਉੱਚੀ ਜਿਹੜੇ ਸਵਰਨ ਨੇ, ਉਹਨਾਂ ਦੇ ਬਾਗ ਵਿੱਚੋਂ ਇੱਕ ਦਲਿਤ ਜਿਹੜੇ ਅਨਟੱਚੇਬਲ ਨੇ, ਉਹਨਾਂ ਦੀ ਲੜਕੀ ਨੇ ਅੰਬ ਤੋੜ ਲਏ। ਕਹਿੰਦਾ ਲਾਸਟ ਈਅਰ ਦੀ ਘਟਨਾ ਹੈ। ਕਹਿੰਦਾ ਜਿਵੇਂ ਉਸ ਨੂੰ ਪਨਿਸ਼ ਕੀਤਾ ਗਿਆ, ਮਾਫੀ ਚਾਹਾਂਗਾ ਮੈਂ ਸਟੇਜ ਤੇ ਬਿਆਨ ਨਹੀਂ ਕਰ ਸਕਦਾ। ਉਹ ਕਹਿੰਦਾ ਰਿਐਲਿਟੀ ਹੈ, ਉਹਨੂੰ ਦੱਸਿਆ ਗਿਆ ਜ਼ਿਆਦਾ ਉਛਲੋ ਨਾ।
ਆਪਣੇ ਦਾਇਰੇ ਵਿੱਚ ਰਹੋ, ਦਾਇਰਾ ਨਾ ਕ੍ਰਾਸ ਕਰੋ। ਤੁਹਾਡੇ ਲਈ ਦਾਇਰੇ ਤੋਂ ਬਾਹਰ ਕੋਈ ਜਗ੍ਹਾ ਨਹੀਂ ਹੈ। ਜਿਸ ਖਿੱਤੇ, ਜਿਸ ਇਲਾਕੇ 'ਚ 21ਵੀਂ ਸਦੀ ਦੇ ਦੂਜੇ ਦਹਾਕੇ 'ਚ BBC ਵਰਗਾ ਨਾਮਾ ਇਤਨਾ ਜਿਹੜਾ ਨਾਮਵਰ ਮੀਡੀਆ ਆਊਟਲੈਟ ਆ, ਉਹ ਬਲੈਕ ਐਂਡ ਵਾਈਟ 'ਚ ਲਾਈਨ ਲਿਖ ਰਿਹਾ ਹੈਗਾ। ਆਪ ਆਈਡੀਆ ਲਾਓ, ਅੱਜ ਤੋਂ ਚਲੇ ਜਾਓ 500 550 ਸਾਲ ਪਿੱਛੇ, ਤੇ ਉਸ ਸਮੇਂ ਇਹ ਕਹੋ ਕਿ ਨਾ ਰਵਿਦਾਸ ਜੀ ਬਹੁਤ ਕਮਾਲ ਦੇ ਬਚਨ ਕਹਿੰਦੇ ਨੇ, ਪ੍ਰਵਚਨ ਨੇ। ਭਗਤ ਨਾਮਦੇਵ ਕਮਾਲ ਹੈ ਜੀ, ਇਹਨਾਂ ਦੇ ਬਚਨ ਤੇ ਜੀਵਨ ਦਾ ਕਲਿਆਣ ਕਰ ਦੇਣਗੇ। ਸੋ ਹੁਣ ਕੀ ਹੈ, ਤੁਸੀਂ ਇੱਕ ਕੰਮ ਕਰੋ, ਰਵਿਦਾਸ ਜੀ ਅੱਗੇ ਖੜੇ ਹੋ ਕੇ ਨਮਸਕਾਰ ਕਰੋ, ਉਹਨਾਂ ਦੇ ਬਚਨਾਂ ਅੱਗੇ ਨਮਸਕਾਰ ਕਰੋ। ਆਪ ਅੰਦਾਜ਼ਾ ਲਾ ਕੇ ਦੇਖੋ, ਲੋਕ ਤੁਹਾਨੂੰ ਜਿਉਂਦਾ ਛੱਡ ਦੇਣਗੇ। ਨੋ ਵੇ, ਯੂ ਕੈਨ ਨੋਟ ਇਮੈਜਿਨ। ਇਹ ਕੰਮ ਹੈ ਗੁਰੂ ਇੰਸਟੀਟਿਊਸ਼ਨ ਦਾ। ਅਸੀਂ ਸਵੇਰੇ ਆਉਂਦੇ ਹਾਂ ਗੁਰਦੁਆਰਾ ਸਾਹਿਬ, ਕਿਤੇ ਗੁਰਦੁਆਰਾ ਸਾਹਿਬ ਹੁਕਮਨਾਮਾ ਆਇਆ ਹੋਏ, ਮਾਧਵੇ ਕਿਆ ਕਹੀਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਚਰ ਦੁਖ ਪਾਇਆ ਸੋਗਤ ਪਈ ਹਮਾਰੀ। ਜੀਵਨ ਸਰਸ਼ਾਰ ਹੋ ਜਾਂਦਾ, ਮੱਥਾ ਟੇਕਦੇ ਹਾਂ, ਸ਼ੁਕਰ ਹੈ। ਕਿਆ ਆਲਮੀ ਬਚਨ ਹੈ। ਇਹਨਾਂ ਬਚਨਾਂ ਤੱਕ ਜਿਨ੍ਹਾਂ ਨੂੰ ਲੈ ਕੇ ਜਾਣਾ ਆ, ਜੀਵਨ ਜਾਚ ਇਹੋ ਜਿਹੀ ਸਿਖਾਣੀ ਹੈ। ਗੁਰੂ ਸਾਹਿਬ ਨੇ ਉਸ ਇਤਨੇ ਬੰਪੀ, ਇਤਨੇ ਉਬੜ ਖਾਬੜ ਰਾਹ ਨੂੰ ਲੈ ਕੇ ਜਾਣਾ ਹੈ, ਫਿਰ ਉਹਨਾਂ ਨੂੰ ਅਵੇਅਰ ਤੇ ਕਰਨਾ ਹੈ ਨਾ, ਸ਼ਬਦ ਤੱਕ ਲੈ ਕੇ ਜਾਣਾ ਹੈ। ਇਹ ਤੇ ਅੱਜ ਦਾ ਦਾਨਿਸ਼ਮੰਦ ਕਹਿੰਦਾ ਹੈ, ਜਾਤ ਨਾ पूछिए साध की, पूछ लीजिए ज्ञान, मोल कीजिए शमशीर का पड़ा रहने दो म्यान। ਸਿੰਪਲ ਭਾਸ਼ਾ 'ਚ ਬਾਜ਼ਾਰੋਂ ਸਮਾਨ ਖਰੀਦਣ ਜਾਂਦੇ ਹੋ ਨਾ, ਤੇ ਬਾਜ਼ਾਰੋਂ ਸਮਾਨ ਖਰੀਦਣ ਦੀ ਉਹਦੀ ਪੈਕਿੰਗ ਹੁੰਦੀ ਬੜੀ ਵਧੀਆ, ਡਿਫਰੈਂਟ ਰੈਪਰ ਲਾਏ ਹੁੰਦੇ, ਉਹਨਾਂ ਨੇ ਪੈਕਿੰਗ ਕੀਤੀ ਹੁੰਦੀ। ਤੇ ਜਿਹੜਾ ਸਹੀ ਸਮਾਨ ਖਰੀਦਣ ਵਾਲਾ ਬੰਦਾ ਹੈ ਨਾ, ਉਹ ਕਹਿੰਦਾ ਹੂ ਕੇਅਰ, ਪੈਕਿੰਗ ਕਿਸੇ ਕੰਮ ਦੀ, ਪੈਕਿੰਗ ਲਾ ਕੇ ਪਰਾਂ ਸੱਟ, ਵਿੱਚ ਦੇਖਦੇ ਕੀ ਹੈ। ਜੋਤ ਬੰਦੇ ਦਾ ਇੰਟਲੈਕਟ, ਬੰਦੇ ਦੀ ਪਹਿਚਾਨ, ਉਸ ਰੂਪ ਦੇ ਵਿੱਚ ਗੁਣਾਂ ਦਾ ਗਾਹਕ, ਸੋਝੀ ਦਾ ਗਾਹਕ, ਸਮਝ ਦਾ ਗਾਹਕ, ਇਹ ਸਾਰਾ ਕੁਝ ਬਣਾਂਗੇ ਤਾਂ ਬਣਾਂਗੇ ਜੇ ਸਮਾਜ ਦੇ ਉਸ ਦਾਇਰੇ ਵਿੱਚ ਆਵਾਂਗੇ ਜਿੱਥੇ ਸ਼ਬਦ ਗੁਰੂ ਦਾ ਤਸੱਵੁਰ, ਗਿਆਨ ਗੁਰੂ, ਗੁਣਾਂ ਦੇ ਗੁਰੂ ਮੰਨ ਕੇ ਚੱਲੋਗੇ ਅਗਲੇ ਪਾਸੇ। ਤੇ ਇਹ ਰੈਵੋਲੂਸ਼ਨ ਸੀਗਾ ਬੜਾ ਵੱਡਾ, ਹਰ ਤਰ੍ਹਾਂ ਦੀ ਬੰਦਸ਼ ਤੋੜ ਕੇ ਇੱਕ ਨੈਕਸਟ ਲੈਵਲ ਤੇ ਲੈ ਕੇ ਆਉਣਾ ਸੀਗਾ। ਮੈਂ ਸਾਖੀ ਰੂਪ ਵਿੱਚ ਬਾਤ ਕਹਿਣ ਲੱਗਾ ਸੀਗਾ। ਧੰਨ ਗੁਰੂ ਨਾਨਕ ਸਾਹਿਬ, ਸਾਡੀਆਂ ਉਥਾਨਕਾਵਾਂ ਕਹਿੰਦੀਆਂ ਨੇ 70 ਵਰੇ ਦੀ ਅਰਬਲਾ ਹੋ ਗਈ ਹੈ, ਤੇ ਗੁਰੂ ਸਾਹਿਬ ਨੇ 10 ਜ਼ਿੰਦਗੀਆਂ ਲਾ ਕੇ ਖਾਲਿਸ ਮਨੁੱਖ, ਐਸਾ ਮਨੁੱਖ ਜਿਹਨੂੰ ਵੇਖ ਕੇ ਕੁਛ ਹੋਰ ਨਹੀਂ ਆਵੇਗਾ, ਸਿਰਫ ਪਿਆਰ ਆਵੇਗਾ। ਪਿਆਰੇ, ਇੱਥੋਂ ਆਇਆ ਪੰਜ ਪਿਆਰੇ। ਇਹ ਕੋਈ ਇੱਕ ਮਤਲਬ ਇੱਕ ਪੂਰੀ ਦੀ ਪੂਰੀ ਬਾਤ ਗੁਰੂ ਸਾਹਿਬ ਨੇ ਲੈ ਕੇ ਆਂਦੀ ਇਸ ਤਰੀਕੇ ਨਾਲ, ਇੱਕ ਬਿਲਕੁਲ ਉਸ ਕੰਪੈਸ਼ਨ ਤੇ ਲਵ ਦੀ ਜਗ੍ਹਾ ਤੇ, ਪਿਆਰ ਦੀ, ਸਨੇਹ ਦੀ ਜਗ੍ਹਾ ਤੇ ਦੁਨੀਆ ਲਿਆ ਕੇ ਖੜੀ ਕਰਨੀ ਹੈਗੀ ਹੈ। ਜੋ ਸ਼ਖਸ ਖੰਡਾ ਵੀ ਵਾਹ ਰਿਹਾ ਨਾ, ਕਿਸੇ ਕ੍ਰੋਧ, ਕਿਸੇ ਰਿਵੈਂਜ ਇਹਦੇ 'ਚ ਨਹੀਂ ਵਾਹ ਰਿਹਾ, ਮਨੁੱਖਤਾ ਦੇ ਕਲਿਆਣ ਤੇ ਪਿਆਰ ਲਈ ਵਾਹ ਰਿਹਾ ਹੈਗਾ। ਕਿਆ ਕਮਾਲ ਹੋਏਗੀ, ਤੁਸੀਂ ਦੇਖੋ। ਇਸ ਲਈ ਤੁਹਾਡੇ ਘਰ ਦੇ ਵਿੱਚ ਤੁਹਾਡੇ ਯੋਧੇ ਜਦੋਂ ਧਰਤੀ ਦੇ ਤਖਤੇ ਤਾਊਸ ਪਲਟਦੇ ਨੇ, ਉਹਨਾਂ ਤੇ ਕੋਈ ਇਹ ਦਿਨ ਦੇ ਚਾਨਣ ਦੁਪਹਿਰ 'ਚ ਖੜਾ ਹੋ ਕੇ ਵੀ ਇਹ ਨਹੀਂ ਕਹਿ ਸਕਦਾ ਉਹ ਜ਼ਾਲਮ ਸੀਗੇ। ਨੋ ਵੇ। ਕਿਉਂ? ਕਿਉਂਕਿ ਐਵਰੀਥਿੰਗ ਹੈਜ਼ ਬੀਨ ਡਨ in the presence of compassion and love। ਇੱਕ ਸੋਲਿਡ ਰਾਹ ਆ। ਤੇ ਮਾਫੀ ਮੰਗਾਂਗਾ, ਅਸੀਂ ਵੈਸਟਰਨ ਵਰਲਡ 'ਚ ਰਹਿੰਦੇ ਆ, ਅਜੇ ਅਸੀਂ ਆਪਣੇ ਆਪ ਨੂੰ ਨਹੀਂ ਦੱਸ ਪਾਏ ਸਭ ਕੁਝ, ਆਪਣੇ ਬੱਚਿਆਂ ਨੂੰ ਨਹੀਂ ਦੱਸ ਪਾਏ, ਇਹਨਾਂ ਵਿਚਾਰਿਆਂ ਨੂੰ ਕਿਵੇਂ ਸਮਝ ਲੱਗੇਗੀ ਕਿ ਸਕੂਲ ਆਫ ਥਾਟ ਕੀ ਹੈਗਾ। ਸੋ ਜਿਹੜੀ ਸਿੰਪਲ ਬਾਤ ਮੈਂ ਕਰਨ ਲੱਗਾ ਸੀਗਾ, ਗੁਰੂ ਨਾਨਕ ਸਾਹਿਬ ਉਸ ਰੂਪ ਦੇ ਵਿੱਚ ਜ਼ਿੰਦਗੀ ਬਾ ਜ਼ਿੰਦਗੀ ਅੱਗੇ ਚੱਲਦੇ। ਜਦੋਂ ਗੁਰੂ ਨਾਨਕ ਸਾਹਿਬ ਨੇ ਅਹਿਸਾਸ ਕੀਤਾ, ਹਾਂ ਭਾਈ ਸਮਾਂ ਹੁਣ ਆ ਗਿਆ ਹੈ, ਤੱਤ ਤੱਤਾਂ 'ਚ ਵਿਲੀਨ ਹੋਣਗੇ, ਜੋਤੀ ਜੋਤ ਸਮਾਉਣਾ ਜਿਹਨੂੰ ਕਹਿੰਦੇ ਆ। ਸਾਖੀ ਇਹ ਕਹਿੰਦੀ ਹੈ, ਇੱਕ ਦਿਨ ਸੰਗਤ ਆ ਰਹੀ ਕਰਤਾਰਪੁਰ, ਜਿਵੇਂ ਰੂਟੀਨ 'ਚ ਆਉਂਦੀ ਸੰਗਤ, ਗੁਰੂ ਸਾਹਿਬ ਦੇ ਉਪਦੇਸ਼, ਸ਼ਬਦ, ਸੁਨੇਹਿਆਂ ਨੂੰ ਸੁਣਨ ਵਾਸਤੇ। ਸ਼ਾਇਦ ਆਪ ਇਹਦੇ ਬਾਰੇ ਵਾਕਫੀਅਤ ਰੱਖਦੇ ਹੋਵੋ। ਅੱਜ ਕੱਲ੍ਹ ਤੇ ਹੁਣ ਰੀਸੈਂਟਲੀ